ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੁਥਾਰ ਐਜੂਕੇਟਰ ਦੇ ਇਸ YouTube ਪਲੇਟਫਾਰਮ ਤੇ ਮੈਂ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਮੇਰਾ ਨਾਮ ਹੈ ਜੀ ਵਿਕਰਮ ਸੁਥਾਰ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ PPSC ਦੇ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦੇ ਜਿਹੜੀਆਂ ਪੋਸਟਾਂ 320 ਨਿਕਲੀਆਂ ਨੇ ਉਹਨਾਂ ਬਾਰੇ। ਠੀਕ ਹੈ ਜੀ। ਇਹਦੇ ਪੇਪਰ 'ਚ ਜਿਹੜਾ ਜਰਨਲ ਅਵੇਅਰਨੈਸ ਦਾ ਸੈਕਸ਼ਨ ਹੈ ਉਹ ਬਹੁਤ ਵੱਡਾ ਰੋਲ ਨਿਭਾਉਂਦਾ ਹੈ। ਠੀਕ ਹੈ, ਪਿਛਲੇ ਪੇਪਰਾਂ 'ਚ ਵੀ ਅਸੀਂ ਵੇਖਿਆ ਹੈ ਵੀ 20 ਤੋਂ 22 ਕੁਐਸਚਨ ਜਿਹੜੇ ਹੈਗੇ ਨੇ ਕਰੰਟ ਅਫੇਅਰ ਤੋਂ ਆ ਰਹੇ ਹਨ। ਤੇ ਬਹੁਤ ਸਾਰੇ ਸਟੂਡੈਂਟਾਂ ਦੇ ਜਿਹੜੇ ਡਾਊਟ ਰਹਿ ਰਿਹਾ ਉਹ ਇੰਗਲਿਸ਼ ਲੈਂਗੁਏਜ ਕਾਰਨ ਹੈ, ਉਹ ਇੰਗਲਿਸ਼ 'ਚ ਨਹੀਂ ਪੜ੍ਹ ਪਾ ਰਹੇ ਸੀ। ਤਾਂ ਕਰਕੇ ਮੈਂ ਪੰਜਾਬੀ ਲੈਂਗੁਏਜ 'ਚ ਇਹ ਸਾਰਾ ਜਿਹੜਾ ਲੈਕਚਰ ਹੈ ਉਹ ਲੈ ਕੇ ਆਇਆ। ਠੀਕ ਹੈ, ਇਹਦੇ 'ਚ ਮੈਂ ਲਗਭਗ 30 ਕੁਐਸਚਨ ਜਿਹੜੇ ਹੈਗੇ ਨੇ ਉਹ ਕਵਰ ਕੀਤੇ ਨੇ, ਜਿਹੜੇ ਕਿ ਡਿਫਰੈਂਟ ਟੌਪਿਕ ਨਾਲ ਰਿਲੇਟਡ ਨੇ। ਜਿਵੇਂ ਕਿ ਨਿਯੁਕਤੀਆਂ, ਡਿਫਰੈਂਟ ਹੋ ਰਹੀਆਂ ਨਿਯੁਕਤੀਆਂ, ਇੰਪੋਰਟੈਂਟ ਨਿਊਜ਼, ਉਹ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਦੋਵੇਂ ਹੋ ਸਕਦੀ ਹੈ, ਖੇਡਾਂ ਨਾਲ ਸੰਬੰਧਿਤ, ਤੇ ਇਹ ਸਾਰੇ ਇਸ ਤਰ੍ਹਾਂ ਹੀ ਕੁਐਸਚਨ ਪੁੱਛੇ ਜਾਂਦੇ ਹਨ। ਠੀਕ ਹੈ, ਬਾਕੀ ਜਿਵੇਂ ਜਾਣਕਾਰੀ ਤੁਹਾਨੂੰ ਮਿਲਦੀ ਰਹੇਗੀ ਉਹ ਮੈਂ ਜਿਵੇਂ ਜਾਣਕਾਰੀ ਮੈਨੂੰ ਮਿਲਦੀ ਰਹੇਗੀ ਉਹ ਮੈਂ ਤੁਹਾਨੂੰ ਦਿੰਦਾ ਰਹਾਂਗਾ। ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸਟਾਰਟ ਕਰ ਰਹੇ ਹਾਂ ਅੱਜ ਦਾ ਆਪਣਾ ਇਹ ਲੈਕਚਰ, ਜਿੰਦਾ ਫਸਟ ਕੁਐਸਚਨ ਹੈਗਾ ਜੀ ਇੰਪੋਰਟੈਂਟ ਡੇਜ਼ ਦੇ। ਠੀਕ ਹੈ, ਇੰਪੋਰਟੈਂਟ ਡੇਜ਼ ਇਹ ਦਸੰਬਰ ਤੋਂ ਹੈਗਾ ਜੀ, ਦਸੰਬਰ ਦਾ ਹੈਗਾ, ਇਹ ਯਾਦ ਰੱਖਿਆ ਜੀ। ਮੈਂ ਇਹਦੇ 30 ਕੁਐਸਚਨ ਲਿੱਤੇ ਨੇ ਤੇ 70 ਹਾਲੇ ਬਾਕੀ ਨੇ, ਉਹ ਵੀ ਮੈਂ ਨੈਕਸਟ ਲੈਕਚਰ 'ਚ ਪ੍ਰੋਵਾਈਡ ਕਰਵਾ ਦਿਆਂਗਾ। ਜੇ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ, ਜੇ ਚੰਗਾ ਲੱਗੇ ਤਾਂ ਸ਼ੇਅਰ ਵੀ ਕਰ ਦਿਆ ਜੀ। ਠੀਕ ਹੈ ਜੀ। ਸਭ ਤੋਂ ਪਹਿਲਾ ਕੁਐਸਚਨ, ਸਾਲ 2021 ਲਈ ਵਿਸ਼ਵ ਐਡਸ ਦਿਵਸ ਯਾਨੀ ਕਿ ਇੰਟਰਨੈਸ਼ਨਲ ਐਡਸ ਡੇ ਕਦੋਂ ਮਨਾਇਆ ਜਾਂਦਾ ਹੈ? ਇਹ ਬਣਾਇਆ ਜਾਂਦਾ ਹੈ ਜੀ 1 ਦਸੰਬਰ ਨੂੰ। ਕਦੋਂ ਜੀ? 1 ਦਸੰਬਰ ਨੂੰ। ਐਡਸ ਬਾਰੇ ਹੋਰ ਜਾਣਕਾਰੀ ਲੈ ਲਓ। ਐਡਸ ਦੀ ਫੁੱਲ ਫਾਰਮ ਹੁੰਦੀ ਹੈ ਜੀ ਅਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ, ਇਹਦੀ ਫੁੱਲ ਫਾਰਮ ਹੁੰਦੀ ਹੈ ਜੀ। ਸਪੈਲਿੰਗ ਮਿਸਟੇਕ ਹੋਏ ਤਾਂ ਮਾਫ ਕਰਿਆ ਜੀ। ਅਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ, ਤੇ ਇੱਕ ਵਿਸ਼ਾਣੂ ਨਾਲ ਹੁੰਦਾ ਹੈ ਜੀ, ਵਿਸ਼ਾਣੂਯੁਕਤ ਰੋਗ ਹੈ। HIV ਵਾਇਰਸ ਜਿਹਨੂੰ ਬੋਲਦੇ ਹਾਂ ਆਪਾਂ ਜੀ, ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ, ਇਹ ਜਿਹੜਾ ਹੈ WBCs ਨੂੰ ਖਾ ਜਾਂਦਾ ਹੈ ਤੇ ਆਪਣੇ ਜਿਹੜੇ ਰੋਗਾਂ ਨੂੰ ਲੜਨ ਦੀ ਸ਼ਕਤੀ ਹੈ ਉਹਨੂੰ ਕਮਜ਼ੋਰ ਕਰ ਦਿੰਦਾ ਹੈ, ਤੇ ਵਿਅਕਤੀ ਐਡਸ ਨਾਲ ਨਹੀਂ ਬਲਕਿ ਹੋਰ ਬਿਮਾਰੀਆਂ ਨਾਲ ਮਰ ਜਾਂਦਾ ਹੈ। ਤੇ ਇਹਦੀ ਥੀਮ ਦੱਸੋ ਜੀ ਕੀ ਹੈਗੀ ਸੀ? ਇਹਦੀ ਥੀਮ ਹੈਗੀ ਸੀ ਜੀ ਐਂਡ ਇਨਇਕੁਅਲਿਟੀਜ਼, ਮਤਲਬ ਜਿਹੜੀ ਵਿਵਿਧਤਾ ਹੈ ਉਹਨਾਂ ਨੂੰ ਖਤਮ ਕਰੋ ਤੇ ਐਡਸ ਨੂੰ ਖਤਮ ਕਰੋ, ਇਹ ਇਹਦੀ ਥੀਮ ਹੈਗੀ ਹੈ ਜੀ। ਹੋਪ ਸੋ ਇਹ ਤੁਹਾਨੂੰ ਕੁਐਸਚਨ ਸਮਝ ਆਇਆ ਹੋਵੇਗਾ। ਵੇਖਦੇ ਹਾਂ ਇਹਦੀ ਅੱਗੇ ਦੀ ਜਾਣਕਾਰੀ। ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 1 ਦਸੰਬਰ ਨੂੰ ਬਣਾਇਆ ਜਾਂਦਾ ਹੈ। ਇੰਪੋਰਟੈਂਟ ਹੈ ਜੀ, ਇਹ ਯਾਦ ਰੱਖਣਾ ਹੈ। ਇੱਕ ਪੁਆਇੰਟ ਅੱਗੇ ਹੋਰ ਵੇਖੋ, ਇਸ ਨੂੰ ਪਹਿਲੀ ਵਾਰ 1988 ਵਿੱਚ ਬਣਾਇਆ ਗਿਆ ਸੀ। ਕਦੋਂ ਬਣਾਇਆ ਗਿਆ ਸੀ ਜੀ? ਪਹਿਲੀ ਵਾਰ 1988 ਸੇ 1988 ਚ ਪਹਿਲੀ ਵਾਰ ਇਹ ਬਣਾਇਆ ਗਿਆ ਸੀ। ਦੂਜਾ ਕੁਐਸਚਨ ਵੇਖੋ, ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ, ਨੈਸ਼ਨਲ ਪੋਲਿਊਸ਼ਨ ਕੰਟਰੋਲ ਡੇ, ਨੈਸ਼ਨਲ ਪੋਲਿਊਸ਼ਨ ਕੰਟਰੋਲ ਡੇ, ਇਹ ਕਦੋਂ ਮਨਾਇਆ ਜਾਂਦਾ ਹੈ ਜੀ? ਇਹ ਪੁੱਛਿਆ ਗਿਆ ਆਪਾਂ ਨੂੰ। ਪਹਿਲਾਂ ਤਾਂ ਇਹ ਵੇਖ ਲਓ ਜੀ, ਜਿਹੜਾ ਪ੍ਰਦੂਸ਼ਣ ਕੰਟਰੋਲ ਡੇ ਹੈ ਇਹ ਬਣਾਇਆ ਜਾਂਦਾ ਹੈ ਜੀ 1984 ਚ। ਇੱਕ ਘਟਨਾ ਵਾਪਰੀ ਸੀ ਯੂਨੀਅਨ ਕਾਰਬਾਈਡ ਨਾਂ ਦੀ ਕੰਪਨੀ 'ਚ। ਯੂਨੀਅਨ ਕਾਰਬਾਈਡ ਨਾਂ ਦੀ ਕੰਪਨੀ ਸੀਗੀ। ਠੀਕ ਹੈ, ਇਹ ਸਪਰੇਅ ਵਗੈਰਾ ਬਣਾਉਂਦੀ ਸੀ, ਜਿਹੜੀ ਸਪਰੇਆਂ ਆਪਾਂ ਕਰਦੇ ਹਾਂ ਫਸਲਾਂ 'ਚ, ਉਹਦੇ 'ਚ ਇਹ ਉਹਦੀਆਂ ਦਵਾਈਆਂ ਬਣਾਉਂਦੀ ਸੀਗੀ। ਤੇ ਇਹਦੇ 'ਚ ਇੱਕ ਗੈਸ ਲੀਕ ਹੋਈ ਸੀ ਜੀ, ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਵਿਅਕਤੀ ਸੀਗੇ ਉਹ ਮਾਰੇ ਗਏ ਸੀ। ਗੈਸ ਦਾ ਨਾਂ ਸੀ ਜੀ ਮਿਥਾਇਲ ਆਈਸੋਸਾਇਨੇਟ। ਹਾਂਜੀ, ਇਹਦਾ ਨਾਂ ਸੀ ਜੀ ਮਿਥਾਇਲ ਆਈਸੋਸਾਇਨੇਟ। ਇਹ ਗੈਸ ਦਾ ਨਾਂ ਹੈ। ਕਈ ਵਾਰੀ ਪੁੱਛਿਆ ਜਾਂਦਾ ਹੈ ਵੀ ਭੋਪਾਲ ਗੈਸ ਤਰਾਸਦੀ ਜਦੋਂ ਹੋਈ ਸੀ ਉਹਦੇ 'ਚ ਕਿਹੜੀ ਗੈਸ ਸੀਗੀ? ਇੱਕ ਤਾਂ ਪੁੱਛਿਆ ਜਾਂਦਾ ਹੈ ਮਿਥਾਇਲ ਆਈਸੋਸਾਇਨੇਟ, ਇਹਦਾ ਜਿਹੜਾ ਈਅਰ ਆ ਉਹ ਪੁੱਛਿਆ ਜਾਂਦਾ ਹੈ 1984, ਤੇ ਕੰਪਨੀ ਦਾ ਨਾਮ ਪੁੱਛਿਆ ਜਾਂਦਾ ਹੈ ਜੀ ਯੂਨੀਅਨ ਕਾਰਬਾਈਡ। ਠੀਕ ਹੈ, ਇੰਨੇ ਸਾਰੇ ਕੁਐਸਚਨ ਮੈਂ ਤੁਹਾਨੂੰ ਸਾਰੇ ਦੱਸਤੇ ਜਿਹੜੇ ਇਹਦੇ ਨਾਲ ਇੰਪੋਰਟੈਂਟ ਸੀਗੀ, ਧਿਆਨ ਦਿਓ। ਇਹਦਾ ਬਣਾਇਆ ਜਾਂਦਾ ਹੈ ਜੀ 2 ਦਸੰਬਰ ਨੂੰ, ਤੇ ਕਿਉਂਕਿ ਇਹ ਹੋਈ ਸੀ 2 ਦਸੰਬਰ 1984 ਨੂੰ, ਤਾਂ ਕਰਕੇ ਇਹ ਬਣਾਇਆ ਜਾਂਦਾ ਹੈ। ਯੂਨੀਅਨ ਕਾਰਬਾਈਡ ਇੰਡੀਆ 'ਚ ਮਿਥਾਇਲ ਆਈਸੋਸਾਇਨੇਟ, ਇਹ ਗੈਸ ਦਾ ਨਾਂ ਹੈ ਜੀ ਮਿਥਾਇਲ ਆਈਸੋਸਾਇਨੇਟ ਦੇ ਲੀਕ ਹੋਣ ਕਾਰਨ ਇਹ ਭਿਆਨਕ ਉਦਯੋਗਿਕ ਹਾਦਸਾ ਜਿਹੜਾ ਸੀਗਾ ਉਹ ਵਾਪਰਿਆ ਸੀ। ਨੈਕਸਟ ਵੇਖ ਲਓ, ਇਹ ਦਿਨ ਲੋਕਾਂ ਅਤੇ ਉਦਯੋਗਾਂ ਨੂੰ ਪ੍ਰਦੂਸ਼ਣ ਕੰਟਰੋਲ ਐਕਟਾਂ ਦੀ ਮਹੱਤਤਾ ਸਮਝਾਉਣ ਲਈ ਮਨਾਇਆ ਜਾਂਦਾ ਹੈ। ਹਾਂਜੀ, ਚਲੋ ਵੇਖੋ ਨੈਕਸਟ ਪੁਆਇੰਟ ਕੀ ਹੈ। ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਹਰ ਸਾਲ ਕਿਸ ਤਰੀਕ ਨੂੰ ਮਨਾਇਆ ਜਾਂਦਾ ਹੈ? ਇਸ ਬਾਰੇ ਵੀ ਜਾਣਕਾਰੀ ਲੈ ਲਓ ਜੀ। ਇਹ ਵੀ 2 ਦਸੰਬਰ ਨੂੰ ਮਨਾਇਆ ਜਾਂਦਾ ਹੈ। ਅੱਗੇ ਵੇਖੋ, ਇਸ ਦਿਨ ਦਾ ਧਿਆਨ ਗੁਲਾਮੀ ਦੇ ਸਮਕਾਲੀ ਰੂਪ ਜਿਵੇਂ ਹੋ ਗਈ ਜੀ ਜ਼ਬਰਦਸਤੀ ਵਿਆਹ ਹੋ ਗਏ,
ਬੱਚਿਆਂ ਦਾ ਵਿਆਹ ਹੋ ਗਿਆ, ਬਾਲ ਮਜ਼ਦੂਰੀ ਹੋ ਗਿਆ, ਸ਼ੋਸ਼ਣ ਹੋ ਗਿਆ। ਇਸ ਤਰ੍ਹਾਂ ਦੇ ਖਾਤਮੇ ਲਈ, ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਜਿਹੜਾ ਹੈਗਾ ਉਹ 2 ਦਸੰਬਰ ਨੂੰ ਮਨਾਇਆ ਜਾਂਦਾ ਹੈ। ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਪਰ ਮੈਨੂੰ ਲੱਗਿਆ ਵੀ ਜ਼ਿਆਦਾ ਕੁਐਸਚਨ ਨੂੰ ਡਿਫਿਕਲਟ ਬਣਾਉਣ ਵਾਸਤੇ ਪੀਪੀਐਸਸੀ 'ਚ ਪੁੱਛਿਆ ਜਾ ਸਕਦਾ ਹੈ, ਤਾਂ ਕਰਕੇ ਮੈਂ ਇਹ ਕੁਐਸਚਨ ਲੈ ਲਿਆ। ਚਲਿਏ ਵੜਦੇ ਹਾਂ ਆਪਾਂ ਨੈਕਸਟ ਕੁਐਸਚਨ ਦੇ ਔਰ, ਜਿਹੜਾ ਆ ਗਿਆ ਤੁਹਾਡੀ ਸਕਰੀਨ ਤੇ। ਆ ਲਓ ਜੀ, ਅਪਾਹਿਜ ਵਿਅਕਤੀਆਂ ਦਾ ਅੰਤਰਰਾਸ਼ਟਰੀ ਦਿਵਸ ਕਿਸ ਤਰੀਕ ਨੂੰ ਮਨਾਇਆ ਜਾਂਦਾ ਹੈ? ਯਾਨੀ ਕਿ ਇੰਟਰਨੈਸ਼ਨਲ ਡੇ, ਹਾਂਜੀ ਇਹ ਹੈਗਾ ਜੀ ਇੰਟਰਨੈਸ਼ਨਲ ਡੇ ਆਫ ਪਰਸਨ ਵਿਦ ਡਿਸਐਬਿਲਿਟੀ, ਇਹਨੂੰ ਇੰਗਲਿਸ਼ 'ਚ ਇਹ ਕਹਿੰਦੇ ਨੇ ਡਿਸਐਬਿਲਿਟੀ। ਕਦੋਂ ਮਨਾਇਆ ਜਾਂਦਾ ਹੈ ਇਸ ਬਾਰੇ ਜਾਣਕਾਰੀ ਲਓ ਜੀ ਪੂਰੀ। ਆ ਰਹੀ ਤੁਹਾਡੀ ਸਕਰੀਨ ਦੇ ਉੱਤੇ, ਵੇਖੋ ਇਹ 4 ਦਸੰਬਰ ਨੂੰ ਮਨਾਇਆ ਜਾਂਦਾ ਹੈ ਜੀ। ਉਸ ਤੋਂ ਬਾਅਦ ਵੇਖੋ ਇਹਦੀ ਥੀਮ ਜਿਹੜੀ ਹੈਗੀ ਹੈ ਉਹ ਹੈਗੀ ਹੈ ਜੀ ਲੀਡਰਸ਼ਿਪ ਐਂਡ ਪਾਰਟਿਸਿਪੇਸ਼ਨ ਆਫ ਪਰਸਨ ਵਿਦ ਡਿਸਐਬਿਲਿਟੀ ਟੁਵਾਰਡ ਐਨ ਇਨਕਲੂਸਿਵ, ਐਕਸੈਸਿਬਲ ਐਂਡ ਸਸਟੇਨੇਬਲ ਪੋਸਟ ਕੋਵਿਡ ਵਰਲਡ। ਠੀਕ ਹੈ, ਇਨ ਦ ਪੋਸਟ ਕੋਵਿਡ ਵਰਲਡ। ਇੰਪੋਰਟੈਂਟ ਨਹੀਂ ਹੈਗੀ, ਫਿਰ ਵੀ ਇੱਕ ਵਾਰੀ ਵੇਖ ਲਓ, ਕਿਉਂਕਿ ਜੇ ਪੇਪਰ 'ਚ ਆ ਜੇ ਤਾਂ ਤੁਹਾਨੂੰ ਇਹ ਕਲਿੱਕ ਹੋ ਜਾਵੇ। ਚਲਿਏ ਵਧਦੇ ਹਾਂ ਨੈਕਸਟ ਕੁਐਸਚਨ ਦੀ ओर। ਵਿਸ਼ਵ ਮਿੱਟੀ ਦਿਵਸ ਯਾਨੀ ਕਿ ਵਰਲਡ ਸੋਇਲ ਡੇ ਕਦੋਂ ਮਨਾਇਆ ਜਾਂਦਾ ਹੈ ਜੀ? ਇਹ ਸੋਇਲ ਨੂੰ ਵੇਖੋ ਜੀ 5 ਲਿਖ ਲਓ, ਇਸ ਨਾਲ 5 ਦਸੰਬਰ ਨੂੰ ਇਹ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਸੋਇਲ ਡੇ। ਇਹਦੀ ਕੀ ਮਹੱਤਤਾ ਹੈਗੀ ਜੀ ਉਹ ਵੇਖ ਲਓ ਤੁਸੀਂ ਸਾਰੀ। ਵਿਸ਼ਵ ਸੋਇਲ ਡੇ ਅਤੇ ਇਸ ਦੀ ਮੁਹਿੰਮ ਮਿੱਟੀ ਦੇ ਖਾਰੇਪਣ ਨੂੰ ਉਤਪਾਦਕਤਾ, ਯਾਨੀ ਕਿ ਇਹਦੀ ਦੇਖੋ ਹੁਣ ਮਿੱਟੀ ਦੀ ਖਾਰਾਪਣ ਵੱਧ ਰਹੀ ਹੈ, ਇਹਦੀ ਉਤਪਾਦਕਤਾ ਜਿਹੜੀ ਹੈ ਉਹ ਘਟ ਰਹੀ ਹੈ। ਠੀਕ ਹੈ, ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਵਸ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਹੈ। ਚਲਿਏ ਵੜਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ओर। ਹਾਂਜੀ, ਅੰਤਰਰਾਸ਼ਟਰੀ ਵੋਲੰਟੀਅਰ ਦਿਵਸ ਯਾਨੀ ਕਿ ਇੰਟਰਨੈਸ਼ਨਲ ਵੋਲੰਟੀਅਰ ਡੇ, ਜਿਸ ਨੂੰ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਅੰਤਰਰਾਸ਼ਟਰੀ ਵੋਲੰਟੀਅਰ ਦਿਵਸ ਵੀ ਕਿਹਾ ਜਾਂਦਾ ਹੈ। ਇਹ ਹਰ ਸਾਲ 5 ਦਸੰਬਰ ਨੂੰ ਹੀ ਮਨਾਇਆ ਜਾਂਦਾ ਹੈ। ਇਹ ਵੀ ਇੰਪੋਰਟੈਂਟ ਹੈ ਜੀ। ਇੰਟਰਨੈਸ਼ਨਲ ਵੋਲੰਟੀਅਰ ਡੇ ਵੀ ਕਦੋਂ ਮਨਾਇਆ ਜਾਂਦਾ ਹੈ? 5 ਦਸੰਬਰ ਨੂੰ। ਇਹ ਤੁਸੀਂ ਯਾਦ ਰੱਖੋਗੇ। ਤੇ ਇਹਦੀ ਥੀਮ ਵੀ ਵੇਖ ਲਓ ਤੁਸੀਂ। ਇਹਦੀ ਥੀਮ ਹੈਗੀ ਹੈ ਜੀ ਵੋਲੰਟੀਅਰ ਨਾਓ ਫॉर ਆਵਰ ਕਾਮਨ ਫਿਊਚਰ। ਵੋਲੰਟੀਅਰ ਨਾਓ ਫॉर ਆਵਰ ਕਾਮਨ ਫਿਊਚਰ। ਉਹ ਵਿਅਕਤੀ ਜਿਹੜਾ ਆਪਣੇ ਆਪ ਆਪਣੇ ਮਨ ਦੀ ਇੱਛਾ ਨਾਲ ਕੋਈ ਸਮਾਜਿਕ ਸੇਵਾ ਕਰਦਾ ਹੈ, ਉਸ ਨੂੰ ਕੀ ਕਹਿੰਦਾ ਜੀ? ਵੋਲੰਟੀਅਰ ਕਿਹਾ ਜਾਂਦਾ ਹੈ। ਚਲਿਏ ਵਧਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ओर। ਇਹ ਆ ਤੁਹਾਡੀ ਸਕਰੀਨ ਦੇ ਉੱਤੇ ਰਾਸ਼ਟਰੀ ਹਥਿਆਰਬੰਦ ਸੈਨਾ ਦਿਵਸ, ਜਿਸ ਨੂੰ ਭਾਰਤ ਦਾ ਰਾਸ਼ਟਰੀ ਝੰਡਾ ਦਿਵਸ ਵੀ ਕਿਹਾ ਜਾਂਦਾ ਹੈ। ਇੰਪੋਰਟੈਂਟ ਹੈ। ਨੈਸ਼ਨਲ ਫਲੈਗ ਡੇ ਕੀ ਕਿਹਾ ਜਾਂਦਾ ਹੈ ਜੀ ਇਹਨੂੰ? ਨੈਸ਼ਨਲ ਫਲੈਗ ਡੇ। ਇਹ ਕਦੋਂ ਮਨਾਇਆ ਜਾਂਦਾ ਹੈ ਇਹ ਆਪਾਂ ਨੂੰ ਦੱਸਣਾ ਹੈ। ਫਲੈਗ ਕਿਹਨੇ ਡਿਜ਼ਾਈਨ ਕੀਤਾ ਸੀਗਾ ਇਹ ਆਪਾਂ ਨੂੰ ਦੱਸਣਾ ਹੈ। ਇਹਦੇ 'ਚ ਜਿਹੜਾ ਚੱਕਰ ਹੈਗਾ ਉਹਦੇ 'ਚ ਕਿੰਨੀਆਂ ਤਿੱਲੀਆਂ ਹੈਗੀਆਂ ਨੇ ਇਹ ਸਾਨੂੰ ਦੱਸਣਾ ਹੈ। ਇਹਨਾਂ ਦੀ ਲੰਬਾਈ ਤੇ ਚੌੜਾਈ ਦਾ ਰੇਸ਼ੋ ਕੀ ਹੁੰਦਾ ਹੈ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਤੇ ਇਹਦੀ ਜਿਹੜੀ ਡਿਜ਼ਾਈਨ ਹੈਗਾ ਉਹ ਕਿਹਨੇ ਤਿਆਰ ਕੀਤਾ ਸੀਗਾ ਇਹ ਵੀ ਤੁਸੀਂ ਕਮੈਂਟ ਸੈਕਸ਼ਨ 'ਚ ਮੈਨੂੰ ਦੱਸੋਗੇ, ਕਿਉਂਕਿ ਕਈ ਵਾਰ ਪੇਪਰ 'ਚ ਇਹ ਪੁੱਛਿਆ ਗਿਆ ਹੈ। ਠੀਕ ਹੈ ਜੀ, ਚਲਿਏ ਇਸ ਬਾਰੇ ਆਪਾਂ ਜਾਣਕਾਰੀ ਹੋਰ ਵਧੇਰੇ ਲੈ ਲੈਂਦੇ ਹਾਂ। ਇਹਨੂੰ 7 ਦਸੰਬਰ ਨੂੰ ਮਨਾਇਆ ਜਾਂਦਾ। ਦੇਖੋ ਇਹ ਝੰਡਾ ਹੈਗਾ ਆਪਣਾ, ਇਹ ਕੁਝ ਇਸ ਤਰ੍ਹਾਂ ਦਾ ਹੁੰਦਾ ਜੀ। ਠੀਕ ਹੈ ਜੀ, ਇਹ ਇੰਡੀਆ ਦਾ ਝੰਡਾ ਹੈ। ਠੀਕ ਹੈ, ਆਪਾਂ ਇਹਨੂੰ ਇੱਥੇ ਖੜ ਕੇ ਵੇਖ ਰਹੇ ਹਾਂ। ਠੀਕ ਹੈ, ਤੇ ਜੇ ਆਪਾਂ ਨੂੰ ਇਹਨੂੰ ਯਾਦ ਰੱਖਣਾ ਹੈ ਤਾਂ ਆਪਾਂ ਸਿੰਪਲੀ ਇਹਦੇ ਪਿੱਛੇ ਜਾ ਕੇ ਵੇਖਾਂਗੇ। ਦੂਜੇ ਪਾਸੇ ਜਾ ਕੇ ਜਦੋਂ ਵੇਖਾਂਗੇ ਇਹ ਇਸ ਤਰ੍ਹਾਂ ਦਾ ਬਣ ਜਾਏਗਾ, ਯਾਨੀ ਕਿ 7। ਇਹ 7 ਦਸੰਬਰ ਨੂੰ ਮਨਾਇਆ ਜਾਂਦਾ। ਇਸ ਤਰ੍ਹਾਂ ਕਰਕੇ ਕੋਡਿੰਗ ਕਰਕੇ ਆਪਾਂ ਇਹਨੂੰ ਯਾਦ ਰੱਖ ਸਕਦੇ ਹਾਂ। ਇਸ ਬਾਰੇ ਹੋਰ ਜਾਣਕਾਰੀ ਜਿਹੜੀ ਤੁਸੀਂ ਹੈ ਉਹ ਮੈਨੂੰ ਕਮੈਂਟ ਸੈਕਸ਼ਨ 'ਚ ਦਿਓਗੇ, ਜੋ ਜਿਹੜੇ ਕੁਐਸਚਨ ਮੈਂ ਤੁਹਾਡੇ ਕੋਲੋਂ ਪੁੱਛਿਆ ਹੈ। ਹੁਣ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਦਿਵਸ ਯਾਨੀ ਕਿ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਡੇ ਕਦੋਂ ਮਨਾਇਆ ਜਾਂਦਾ ਹੈ ਇਹ ਪੁੱਛਿਆ ਗਿਆ ਜੀ। ਬਹੁਤ ਇੰਪੋਰਟੈਂਟ ਹੈ ਜੀ, ਕਈ ਵਾਰ ਪੇਪਰ 'ਚ ਆ ਚੁੱਕਿਆ ਹੈ। ਵੇਖੋ ਇਹ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਨੈਕਸਟ ਆਪਾਂ ਕੁਐਸਚਨ ਕਰ ਲੈਂਦੇ ਹਾਂ ਜੀ ਨਿਯੁਕਤੀਆਂ ਬਾਰੇ, ਜਿਹੜੀਆਂ ਹਾਲ 'ਚ ਹੋਈਆਂ ਨਿਯੁਕਤੀਆਂ ਹਨ ਦਸੰਬਰ 'ਚ, ਕਿਹੜੀਆਂ ਨਿਯੁਕਤੀਆਂ ਹਨ ਉਹਨਾਂ ਬਾਰੇ ਕੁਐਸਚਨ ਕਰ ਲੈਂਦੇ ਹਾਂ। ਵੇਖੋ ਜਿਸਨੇ ਪੱਛਮੀ ਜਲ ਸੇਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਦਾ ਅਹੁਦਾ ਸੰਭਾਲਿਆ ਹੈ। ਦੇਖੋ ਹਾਂਜੀ, ਜਿਹੜੀ ਆਪਣੀ ਪੱਛਮੀ ਜਲ ਸੇਨਾ ਕਮਾਂਡ ਹੈ ਉਹਨਾਂ ਦਾ ਕਮਾਂਡਿੰਗ ਇਨ ਚੀਫ ਕੌਣ ਬਣਿਆ ਹੈ ਇਹ ਕੁਐਸਚਨ ਤੁਹਾਡੇ ਤੋਂ ਪੁੱਛਿਆ ਗਿਆ ਹੈ। ਵੇਖ ਲਓ ਤੁਹਾਡੇ ਸਕਰੀਨ ਤੇ ਆਨਸਰ ਹੈਗਾ ਅਜਿੰਦਰ ਬਹਾਦਰ ਸਿੰਘ। ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਇਹ ਦੱਸੋਗੇ ਵੀ ਇਹਨਾਂ ਨੇ
किस नू रीप्लेस किया है, यानी कि किंदी जगह ते ये बने ने। ठीक है, चलिए वधदे हां अपने नैक्सट क्वेश्चन दी ओर। आ रहा तुहाडी स्क्रीन दे उत्ते, किन्ना ने नैशनल डिफेंस कॉलेज, नैशनल डिफेंस कॉलेज यानी कि NDC, जिंदा हैडकुआटर दिल्ली च हैगा है, उनके 34वें कमांडेंट वजों अहुदा संभालिया है। तो इनका आंसर है जी मनोज कुमार मांगो। कौन जी? मनोज कुमार मांगो, MKM, जिन्हों ने 34वें कमांडेंट वालों अहुदा संभाल लिया है NDC का। कई बार NDC की फुल फॉर्म पूछी जाती है जी, नैशनल डिफेंस कॉलेज। इनका हैडकुआटर कित्थे है जी, या ये कॉलेज हैगा कित्थे है? ये हैगा जी न्यू दिल्ली विखे। ठीक है, ये तुसी याद रखना है। चलिए वधदे हां आपां नैक्सट अगले क्वेश्चन की ओर। आ रहा तुहाडी स्क्रीन ते, जिन्होंने नियुक्तियों द्वारा इंडिया टूरिज्म डेवलपमेंट कॉरपोरेशन, ये इंपोर्टेंट है जी, इनकी फुल फॉर्म कई बार पूछी जाती है। इंडियन डेवलपमेंट इंडियन टूरिज्म डेवलपमेंट कॉरपोरेशन, ITDC दा चेयरमैन नियुक्त किया गया है। किसनू ITDC दा चेयरमैन नियुक्त किया गया है जी? सब तो पहला इनकी फुल फॉर्म देख लो, इंडिया टूरिज्म डेवलपमेंट कॉरपोरेशन। ठीक है, तो इन्होंने चेयरमैन नियुक्त किया गया जी संबित पात्रा जी ਨੂੰ। संबित पात्रा जी बहुत ही ज़्यादा फेमस व्यक्ति ने, हर रोज़ ਤੁਹਾਨੂੰ आज तक ਤੇ ਜਾਂ ਹੋਰ ਚੈਨਲਾਂ ਤੇ ਵੇਖਣ ਨੂੰ ਮਿਲ ਜਾਂਦੇ ਹਨ। ਇਹ ਹੁਣੇ ਐਤਕੀ ਹੀ सांसद बने हैं, MP बने हैं, BJP ਤੋਂ ਬਿਲੋਂਗ ਕਰਦੇ ਹਨ। ਨੈਕਸਟ ਵੇਖ ਲਓ ਜੀ, IAS अधिकारी GKV ਰਾਓ, GKV ਰਾਓ ਨੂੰ ITDC ਦੇ ਮੈਨੇजिंग डायरेक्टर ਦਾ ਅਹੁਦਾ ਮਿਲਿਆ ਹੈ ਜੀ। ठीक है, मैनेजिंग डायरेक्टर यानी कि मैनेजिंग डायरेक्टर MD कौन ने जी? IAS अधिकारी JKV ਰਾਓ, ਤੇ ਇਹਨਾਂ ਦਾ ਜਿਹੜਾ ਚੇਅਰਮੈਨ ਹੈ ਉਹ ਕੌਣ ਹੈ ਜੀ? ਸੰਬਿਤ ਪਾਤਰਾ। ਇਹ ਆਪਾਂ ਨੂੰ ਯਾਦ ਰੱਖਣਾ ਹੈ। ਚਲਿਏ ਵਧਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ओर। ਇਹ ਰਿਹਾ ਤੁਹਾਡੀ ਸਕਰੀਨ ਦੇ ਉੱਤੇ, ਭਾਰਤੀ ਮਹਿਲਾ ਖਿਡ यानी कि ਕਿਹੜਾ ਭਾਰਤੀ ਮਹਿਲਾ ਖਿਡਾਰੀ ਹੈ ਜਿਸ ਨੂੰ ਗੂਵੀ ਦੀ ਬ੍ਰਾਂਡ ਐਂਬੈਸਡਰ ਬਣਾਇਆ? ਗੂਵੀ ਕੀ ਹੈਗੀ ਹੈ? ਮਹਾਰਾਸ਼ਟਰ ਦਾ ਇੱਕ कॉलेज है, ITM कॉलेज है, एक मैनेजमेंट कॉलेज है। इनका ब्रांड एम्बेसडर किनू बनाया गया जी? स्मृति मंदाना नू, जो अपनी इंडियन क्रिकेट महिला क्रिकेट टीम हैगी जी उनकी कप्तान है, कैप्टन है। ठीक है, T20 दी जे आपां नू टेस्ट बारे पूछे या फिर जिहड़ी अपनी 50-50 सीरीज़ होंदी है, वनडे सीरीज़, उनकी कप्तान कौन हैगी है जी? वो तुसीं मैनूं कमेंट बॉक्स 'च दसोगे। स्मृति मंदाना जी ਨੂੰ ਇਹਨਾਂ ਨੇ ਜਿਹੜਾ ਹੈਗਾ ਬ੍ਰਾਂਡ ਐਂਬੈਸਡਰ ਚੁਣਿਆ ਹੈਗਾ। ਕਈ ਵਾਰ ਸਿੱਧੇ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ ਬ੍ਰਾਂਡ ਐਂਬੈਸਡਰ ਬਾਰੇ। ਚਲਿਏ ਨੈਕਸਟ ਕੁਐਸਚਨ ਵੇਖ ਲੈਂਦੇ ਆ। ਜਿਨ੍ਹਾਂ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ, ਬਹੁਤ ਇੰਪੋਰਟੈਂਟ ਹੈ ਜੀ, IMF, ਇਹਦੀ ਫੁੱਲ ਫਾਰਮ ਇੰਟਰਨੈਸ਼ਨਲ ਮੋਨੇਟਰੀ ਫੰਡ, ਇੰਟਰਨੈਸ਼ਨਲ ਮੋਨੇਟਰੀ ਫੰਡ, ਇਹਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ। ਹੈਡਕੁਆਟਰ ਇਹਦਾ ਕਿੱਥੇ ਹੈਗਾ ਜੀ? ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸੋਗੇ, ਬਹੁਤ ਇੰਪੋਰਟੈਂਟ ਹੈ। ਇਹਦੇ ਬਾਰੇ ਵਧੇਰੇ ਜਾਣਕਾਰੀ ਵੀ ਤੁਹਾਨੂੰ ਮਿਲ ਜਾਏਗੀ ਜਿਵੇਂ ਤੁਸੀਂ ਇਹਦਾ ਗੂਗਲ ਕਰੋਗੇ। ਤਾਂ ਪਹਿਲਾ ਡਿਪਟੀ ਮੈਨੇਜਿੰਗ ਡਾਇਰੈਕਟਰ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਬਹੁਤ ਇੰਪੋਰਟੈਂਟ, ਗੀਤਾ ਗੋਪੀਨਾਥ ਨੂੰ, ਜੋ ਕਿ ਇੰਡੀਆ ਤੋਂ ਬਿਲੋਂਗ ਕਰਦੇ ਨੇ, ਗੀਤਾ ਗੋਪੀਨਾਥ। ਬਹੁਤ ਬਹੁਤ ਇੰਪੋਰਟੈਂਟ 5 ਸਟਾਰ ਕੁਐਸਚਨ ਹੈਗਾ ਜੀ। ਜੇ ਐਤਕੀ ਕੁਐਸਚਨ ਕਿਸੇ ਨੇ ਪੁੱਛਣਾ ਹੋਇਆ ਤਾਂ ਇਹਦੇ ਚੋਂ ਪੁੱਛੇਗਾ। ਚਲਿਏ ਵਧਦੇ ਹਾਂ ਆਪਾਂ ਨੈਕਸਟ ਕੁਐਸਚਨ ਤੋਂ। ਆ ਰਿਹਾ ਤੁਹਾਡੀ ਸਕਰੀਨ ਤੇ, ਜਿਸ ਨੂੰ CA ਇੰਸਟੀਚਿਊਟ ਦੀ ਕੁਆਲਿਟੀ ਰਿਵਿਊ ਬੋਰਡ QRB ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। CA ਦੀ ਇੰਸਟੀਚਿਊਟ, CA ਦੀ ਫੁੱਲ ਫਾਰਮ ਵੇਖ ਲਓ ਜੀ। CA ਦੀ ਫੁੱਲ ਫਾਰਮ ਹੁੰਦੀ ਹੈ ਚਾਰਟਰਡ ਅਕਾਊਂਟੈਂਟ। ਕਾਫੀ ਡਿਫਿਕਲਟ ਕੋਰਸ ਹੈ। ਤੇ ਇਹਨਾਂ ਨੇ ਸੇਫਾਲੀ ਸ਼ਾਹ ਜੀ ਨੂੰ ਨਿਯੁਕਤ ਕੀਤਾ ਗਿਆ ਹੈ। ਕਿਹਨੂੰ ਜੀ? ਸੇਫਾਲੀ ਸ਼ਾਹ, SSG ਨੂੰ CA ਦਾ ਜਿਹੜਾ ਹੈਗਾ ਹੈ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਕੁਆਲਿਟੀ ਰਿਵਿਊ ਬੋਰਡ ਦਾ। ਚਲਿਏ ਨੈਕਸਟ ਕੁਐਸਚਨ ਵੇਖਦੇ ਹਾਂ ਆਪਾਂ ਸਕਰੀਨ ਦੇ ਉੱਤੇ। ਕਿਸ ਨੂੰ, ਜਿਸ ਨੂੰ ਲਿਖਿਆ ਹੈ ਇਸ ਨੂੰ ਕਿਸ ਨੂੰ ਪੜ੍ਹਨਾ ਹੈ ਜੀ ਆਪਾਂ, ਕਿਉਂਕਿ ਵੀ ਕੀਬੋਰਡ 'ਚ ਇੱਕ ਸਿਰ ਖਰਾਬ ਹੈ ਤਾਂ ਕਰਕੇ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ। ਜਿਸ ਨੂੰ ਸੱਭਿਆਚਾਰਕ ਤੇ ਰਚਨਾਤਮਕ ਉਦਯੋਗਾਂ ਲਈ ਯੂਨੈਸਕੋ ਦੀ ਫੁੱਲ ਫਾਰਮ ਤੁਸੀਂ ਦੱਸਣੀ ਹੈ ਮੈਨੂੰ। ਹਾਂਜੀ, ਕੁਐਸਚਨ ਪੁੱਛਿਆ ਗਿਆ ਕਿਸ ਨੂੰ ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਲਈ ਯੂਨੈਸਕੋ ਸਦਭਾਵਨਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਯੂਨੈਸਕੋ ਦਾ ਸਦਭਾਵਨਾ ਰਾਜਦੂਤ ਕਿਸ ਨੂੰ ਨਿਯੁਕਤ ਕੀਤਾ ਗਿਆ? ਇਹ ਕੁਐਸਚਨ ਹੈਗਾ ਜੀ। ਸਭ ਤੋਂ ਪਹਿਲਾਂ ਤੁਸੀਂ ਸਰਚ ਕਰੋਗੇ ਯੂਨੈਸਕੋ, ਇਹਦੀ ਫੁੱਲ ਫਾਰਮ ਕੀ ਹੈਗੀ ਹੈ, ਇਹਦਾ ਹੈਡਕੁਆਟਰ ਕਿੱਥੇ ਹੈ। ਠੀਕ ਹੈ,
ਮਤਲਬ ਜਿਹੜੇ ਇੰਟਰਨੈਸ਼ਨਲ ਜਿੰਨੇ ਵੀ ਹੈਗੇ ਨੇ ਉਹਨਾਂ ਬਾਰੇ, ਉਹਨਾਂ ਦਾ ਹੈੱਡਕੁਆਟਰ ਤੇ ਉਹਨਾਂ ਦੇ ਐਮਡੀ ਬਾਰੇ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ, ਤੇ ਇਹ ਵੀ ਤੁਸੀਂ ਸਰਚ ਕਰਕੇ ਰੱਖੋਗੇ। ਠੀਕ ਹੈ, ਯੂਨਾਈਟਿਡ ਨੇਸ਼ਨ ਬਾਰੇ। ਚਲਿਏ ਵੇਖ ਲਈ, ਇਹਨਾਂ ਦਾ ਆਨਸਰ ਹੈ ਜੀ ਨਾਓਮੀ ਕਾਵਸੇ। ਕੌਣ ਜੀ? ਨਾਓਮੀ ਕਾਵਸੇ। ਇਹਨਾਂ ਨੂੰ ਜਿਹੜਾ ਹੈਗਾ ਰਾਜਦੂਤ ਜਿਹੜਾ ਹੈਗਾ ਉਹ ਨਿਯੁਕਤ ਕੀਤਾ ਗਿਆ ਹੈ। ਇੰਪੋਰਟੈਂਟ ਕੁਐਸਚਨ ਹੈ ਜੀ, ਯਾਦ ਰੱਖਿਆ ਜੀ। ਚਲਿਏ ਵੱਧਦੇ ਹਾਂ ਆਪਾਂ ਅਗਲੇ ਕੁਐਸਚਨ ਦੀ ओर। ਕਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ NHAI ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ? ਇਹ ਵੀ ਬਹੁਤ ਇੰਪੋਰਟੈਂਟ ਹੈ, ਇਹਦੀ ਫੁੱਲ ਫਾਰਮ ਵੀ ਬਹੁਤ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖੋਗੇ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਜਦੋਂ ਵੀ ਕਿਸੇ ਤੁਸੀਂ ਟੋਲ ਨਾਕੇ ਤੋਂ ਲੰਘਦੇ ਹੋ ਤਾਂ ਉੱਥੇ NHAI ਦੀ ਫੁੱਲ ਫਾਰਮ ਲਿਖੀ ਹੁੰਦੀ ਹੈ ਉੱਥੇ। ਠੀਕ ਹੈ, ਤੇ ਕਿਹਨਾਂ ਨੂੰ ਨਿਯੁਕਤ ਕੀਤਾ ਗਿਆ ਜੀ? ਅਲਕਾ ਉਪਾਧਿਆਏ ਨੂੰ। ਕਿਸ ਨੂੰ ਜੀ? ਅਲਕਾ ਉਪਾਧਿਆਏ ਜੀ ਨੂੰ। ਅਲਕਾ ਉਪਾਧਿਆਏ ਜੀ ਨੂੰ ਨਿਯੁਕਤ ਕੀਤਾ ਗਿਆ ਹੈ NHAI ਦੀ ਚੇਅਰਪਰਸਨ ਵਜੋਂ। ਨੈਕਸਟ ਕੁਐਸਚਨ ਵੇਖਦੇ ਹਾਂ ਜੀ, ਇਹ ਰਿਹਾ ਤੁਹਾਡੀ ਸਕਰੀਨ ਤੇ। ਜਿਨ੍ਹਾਂ ਨੂੰ ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ, ਬਹੁਤ ਇੰਪੋਰਟੈਂਟ ਹੈ, ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ, ਇਹਦੀ ਵੀ ਫੁੱਲ ਫਾਰਮ ਕਾਫੀ ਇੰਪੋਰਟੈਂਟ ਹੈ, ਇਹ ਵੀ ਤੁਸੀਂ ਯਾਦ ਰੱਖੋਗੇ। ਇਹਦਾ ਹੈੱਡਕੁਆਟਰ ਕਿੱਥੇ ਹੈਗਾ ਹੈ? ਨਿਊ ਦਿੱਲੀ 'ਚ। ਠੀਕ ਹੈ, ਚਲਿਏ ਇਹਨਾਂ ਨੂੰ, ਇਹਦਾ ਆਨਸਰ ਕੀ ਹੈਗਾ ਜੀ? ਸੰਜੇ ਉਪਾਧਿਆਏ। ਇਹ ਸੰਜੇ ਉਪਾਧਿਆਏ ਜੀ ਨੂੰ ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ ਦਾ ਕਿਹੜਾ ਹੈਗਾ ਜਿਹੜਾ ਚੇਅਰਪਰਸਨ ਹੋਇਆ ਨਿਯੁਕਤ ਕੀਤਾ ਗਿਆ। ਚਲਿਏ ਜੀ ਵੱਧਦੇ ਹਾਂ ਆਪਾਂ ਆਪਣੇ ਅਗਲੇ ਕੁਐਸਚਨ ਦੀ ओर। ਇਹ ਰਿਹਾ ਤੁਹਾਡੀ ਸਕਰੀਨ ਦੇ ਉੱਤੇ। ਨੈਸ਼ਨਲ ਅਸਿਸਟ ਰੀਕਨਸਟਰਕਸ਼ਨ ਕੰਪਨੀ। ਨੈਸ਼ਨਲ ਅਸਿਸਟ ਰੀਕਨਸਟਰਕਸ਼ਨ ਕੰਪਨੀ। ਨੈਸ਼ਨਲ ਅਸਿਸਟ ਰੀਕਨਸਟਰਕਸ਼ਨ ਕੰਪਨੀ ਦਾ ਕੀ ਮਤਲਬ ਹੁੰਦਾ ਜੀ? ਇਹ ਤੁਸੀਂ ਵੇਖ ਲਓ। ਜਿਵੇਂ ਮੰਨ ਲਓ ਇੱਕ ਬੈਂਕ ਹੈਗਾ, ਠੀਕ ਹੈ, ਇਹਦੇ ਤੋਂ ਮੈਂ ਪੈਸੇ ਲਏ, ਉਸ ਤੋਂ ਬਾਅਦ ਮੈਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਠੀਕ ਹੈ, ਹੁਣ ਜਦੋਂ ਨੈਸ਼ਨਲ ਰੀਕਨਸਟਰਕਸ਼ਨ ਜਿਹੜੀ ਕੰਪਨੀ ਹੈਗੀ ਹੈ ਇਹ ਮੇਰੇ ਤੋਂ ਇਹ ਪੈਸੇ ਕਢਵਾਓਗੀ। ਕਿਵੇਂ ਕਢਵਾਓਗੀ? ਮੇਰੀ ਇਹ ਜਿਹੜੀ ਸੰਪਤੀ ਹੈਗੀ ਹੈ ਇਹ ਉਹਨਾਂ ਨੂੰ ਕੁਰਕ ਕਰ ਦੇਗੀ, ਤੇ ਜਿਹੜੇ ਪੈਸਾ ਬਣੇਗਾ ਉਹ ਸਾਰਾ ਬੈਂਕ ਨੂੰ ਜਮ੍ਹਾਂ ਕਰ ਦੇਗੀ, ਜੇ ਜਿਹੜਾ ਵਾਧੂ ਹੈਗਾ ਉਹ ਪੈਸਾ ਮੈਨੂੰ ਵਾਪਿਸ ਕਰ ਦੇਗੀ। ਇਸ ਤਰ੍ਹਾਂ ਦਾ ਕੰਮ ਇਹਨਾਂ ਦਾ ਹੁੰਦਾ ਹੈ। ਇਹਨੂੰ ਨੈਸ਼ਨਲ ਅਸਿਸਟ ਰੀਕਨਸਟਰਕਸ਼ਨ ਕੰਪਨੀ ਦਾ ਨਾਂ ਦਿੱਤਾ ਗਿਆ ਹੈ। ਤੇ ਇਹਦਾ ਚੇਅਰਮੈਨ ਹੈਗਾ ਉਹ ਕੌਣ ਹੈਗਾ ਜੀ? ਠੀਕ ਹੈ, ਇਹ ਪੁੱਛਿਆ ਗਿਆ ਆਪਣੇ ਤੋਂ। ਚੇਅਰਮੈਨ ਜੀ ਬਣਾਇਆ ਗਿਆ ਪ੍ਰਦੀਪ ਸ਼ਾਹ ਜੀ ਨੂੰ। ਕਿਹਨੂੰ ਜੀ? ਪ੍ਰਦੀਪ ਸ਼ਾਹ ਜੀ ਨੂੰ। ਯਾਦ ਕਿਵੇਂ ਰੱਖਾਂਗੇ? ਦੇਖੋ ਜੀ, ਇੱਕ ਹੈਗਾ ਅਮਿਤ ਸ਼ਾਹ, ਬੜੇ ਹੀ ਗਜ਼ਬ ਬੰਦੇ ਨੇ, ਬਹੁਤ ਹੀ ਖਤਰਨਾਕ। ਠੀਕ ਹੈ, ਜਿਨ੍ਹਾਂ ਨੂੰ ਰਾਜਨੀਤੀ ਦਾ ਜਿਹੜਾ ਹੈਗਾ ਪਿਤਾਮਾ ਕਿਹਾ ਜਾ ਰਿਹਾ ਹੁਣ ਤੱਕ, ਬਹੁਤ ਹੀ ਗਜ਼ਬ ਦੀ ਰਾਜਨੀਤੀ ਕਰਦੇ ਨੇ। ਠੀਕ ਹੈ, ਅਮਿਤ ਸ਼ਾਹ ਤੋਂ ਹੀ ਯਾਦ ਰੱਖੋਗੇ ਤੁਸੀਂ ਪ੍ਰਦੀਪ ਸ਼ਾਹ। ਜਿਹੜਾ ਇਹੋ ਜਿਹੇ ਇਸ ਤਰ੍ਹਾਂ ਦਾ ਖਤਰਨਾਕ ਕੰਮ ਹੈ ਉਹ ਕੌਣ ਕਰ ਸਕਦੇ ਨੇ? ਸ਼ਾਹ ਹੀ ਕਰ ਸਕਦੇ ਨੇ। ਇਸ ਤਰ੍ਹਾਂ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ। ਚਲੋ ਵੱਧਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ओर। ਐਂਜਲਾ ਮਾਰਕਲ, ਬਹੁਤ ਹੀ ਜ਼ਿਆਦਾ ਫੇਮਸ ਲੇਡੀ ਨੇ ਐਂਜਲਾ ਮਾਰਕਲ। ਇਹਨਾਂ ਦੇ ਜਿਹੜੇ 16 ਸਾਲਾਂ ਦਾ ਜਿਹੜਾ ਸ਼ਾਸਨ ਹੈਗਾ ਉਹਨੂੰ ਖਤਮ ਕਰਕੇ ਸੰਸਦ ਦੁਆਰਾ ਅਗਲੇ ਚਾਂਸਲਰ ਵਜੋਂ ਕਿਸ ਨੂੰ ਨਾਮਜ਼ਦ ਕੀਤਾ ਜਾਵੇਗਾ? ਤੇ ਇਹ ਨਾਮਜ਼ਦ ਕੀਤਾ ਗਿਆ ਜੀ ਓਲਾਫ ਸਕੋਲਜ਼ ਨੂੰ। ਓਲਾਫ ਸਕੋਲਜ਼ ਨੂੰ। ਐਂਜਲਾ ਮਾਰਕਲ ਬਹੁਤ ਹੀ ਪ੍ਰਭਾਵਸ਼ਾਲੀ ਲੇਡੀ ਹੈਗੀ ਹੈ। ਇਹਨਾਂ ਨੂੰ, ਇਹ ਕਿੱਥੋਂ ਦੇ ਨੇ? ਇਹ ਇਜ਼ਰਾਈਲ ਦੇ ਨੇ, ਇਹ ਯਾਦ ਰੱਖੋਗੇ ਤੁਸੀਂ। ਚਲੋ ਵੱਧਦੇ ਹਾਂ ਅਗਲੇ ਕੁਐਸਚਨ ਦੀ ओर। ਆ ਰਿਹਾ, ਜਿਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜੇਸ਼ਨ, ਬਹੁਤ ਇੰਪੋਰਟੈਂਟ ਜੀ, ਇੰਟਰਪੋਲ ਦੀ ਫੁੱਲ ਫਾਰਮ ਪੁੱਛੀ ਜਾਂਦੀ ਹੈ। ਇੰਟਰਨੈਸ਼ਨਲ ਪੁਲਿਸ ਆਰਗੇਨਾਈਜੇਸ਼ਨ ਮੇਜਰ ਦਾ ਪ੍ਰਧਾਨ ਚੁਣਿਆ ਗਿਆ ਹੈ। ਕਿਹਨੂੰ ਜੀ? ਵੇਖ ਲਓ। ਹਾਂਜੀ, ਇਹ ਹੈਗੇ ਨੇ ਡਾਕਟਰ ਅਹਿਮਦ ਨਾਸੀਰ ਅਲ ਰਾਇਸੀ, ਜੋ ਕਿੱਥੋਂ ਨੇ? UAE ਤੋਂ ਹੈਗੇ ਨੇ। ਕਾਫੀ ਇੰਪੋਰਟੈਂਟ ਕੁਐਸਚਨ ਹੈ ਜੀ ਆ ਵੀ, ਇਹਨੂੰ ਤੁਸੀਂ ਯਾਦ ਰੱਖਣਾ ਜੀ। ਚਲੋ ਵੱਧਦੇ ਹਾਂ ਅਗਲੇ ਕੁਐਸਚਨ ਦੀ ओर, ਜੋ ਕਿ ਖਾਸ ਖਬਰਾਂ ਹੈਗੀਆਂ ਨੇ ਭਾਰਤ ਤੋਂ। ਵੇਖੀਏ ਜੀ, ਪਹਿਲਾ, ਜਿਸ ਦੀ ਪ੍ਰਧਾਨਗੀ ਹੇਠ ਸਮਾਜਿਕ ਨਿਆਂ ਅਤੇ ਅਧਿਕਾਰਿਤਾ EWS ਦੇ 3 ਮੈਂਬਰੀ, ਇਹ ਇੰਪੋਰਟੈਂਟ ਹੈ ਜੀ, ਸਭ ਤੋਂ ਇੰਪੋਰਟੈਂਟ ਕੁਐਸਚਨ। ਦੂਜਾ ਇੰਪੋਰਟੈਂਟ ਕੁਐਸਚਨ ਪਹਿਲਾ ਆ ਚੁੱਕਿਆ ਹੈ, ਦੂਜਾ ਸਭ ਤੋਂ ਇੰਪੋਰਟੈਂਟ ਕੁਐਸਚਨ। 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਆਰਥਿਕ ਤੌਰ ਤੇ ਕਮਜ਼ੋਰ ਵਰਗ ਯਾਨੀ ਕਿ EWS ਰਾਖਵੇਂਕਰਨ ਦੇ ਮਾਪਦੰਡਾਂ ਦੀ ਸਮੀਖਿਆ ਕਰਨ ਲਈ। ਠੀਕ ਹੈ, ਇੱਕ ਤਾਂ ਇਹ ਦੇਖੋ ਜੀ, ਸਭ ਤੋਂ ਪਹਿਲਾਂ ਤਾਂ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਠੀਕ ਹੈ, ਤੇ ਇਹਨਾਂ ਦਾ ਪ੍ਰਧਾਨ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਅਜੇ ਭੂਸ਼ਣ ਪਾਂਡੇ ਜੀ ਨੂੰ। ਅਜੇ ਭੂਸ਼ਣ ਪਾਂਡੇ ਯਾਨੀ ਕਿ ABP
ABP ਇਸ ਤਰ੍ਹਾਂ ਯਾਦ ਰੱਖ ਸਕਦੇ ਹੋ। ABP ਨਿਊਜ਼। ਅਜੇ ਭੂਸ਼ਣ ਪਾਂਡੇ ਜੀ ਨੂੰ ਇਸ ਦਾ ਜਿਹੜਾ ਹੈਗਾ ਪ੍ਰਮੁੱਖ ਜਿਹੜਾ ਉਹ ਨਿਯੁਕਤ ਕੀਤਾ ਗਿਆ ਹੈ EWS ਦੀ ਸਮੀਖਿਆ ਕਰਨ ਲਈ। ਕੁਐਸਚਨ ਕਿਸ ਤਰ੍ਹਾਂ ਬਣ ਸਕਦੇ ਹਨ? ਸਭ ਤੋਂ ਪਹਿਲਾਂ EWS ਦੇ ਰਾਖਵੇਂਕਰਨ ਦੀ ਮਾਪਦੰਡਾਂ ਦੀ ਸਮੀਖਿਆ ਲਈ ਕੌਣ ਬਣਾਇਆ ਗਿਆ? ਕਿੰਨੀ ਮੈਂਬਰੀ ਕਮੇਟੀ ਬਣਾਈ ਗਈ ਹੈ? 3 ਕਮੇਟੀ, ਤੇ ਉਹਦਾ ਪ੍ਰਧਾਨ ਕੌਣ ਹੈ ਜੀ? ਅਜੇ ਭੂਸ਼ਣ ਪਾਂਡੇ। ਚਲੋ ਜੀ ਵੱਧਦੇ ਹਾਂ ਆਪਾਂ ਅਗਲੇ ਕੁਐਸਚਨ ਦੀ ओर। ਪਹਿਲਾ ਅਬਰਬਲ ਤਿਉਹਾਰ ਕਿਸ ਯੂਟੀ ਵਿੱਚ ਮਨਾਇਆ ਜਾਂਦਾ ਹੈ? ਤੇ ਇਹ ਜੰਮੂ ਐਂਡ ਕਸ਼ਮੀਰ 'ਚ ਮਨਾਇਆ ਜਾਂਦਾ ਹੈ। ਇਹ ਇੰਪੋਰਟੈਂਟ ਹੈ। ਅਜੇ ਮਾਥੁਰ ਜੀ ਇਹਦੇ ਜਿਹੜੇ ਡਿਪਟੀ ਗਵਰਨਰ ਹੈਗੇ ਨੇ, ਕੌਣ ਹੈਗੇ ਨੇ ਜੀ? ਅਜੇ ਮਾਥੁਰ। ਇਹ ਤੁਸੀਂ ਯਾਦ ਰੱਖਣਾ ਹੈ। ਚਲੋ ਵੱਧਦੇ ਹਾਂ ਆਪਣੇ ਅਗਲੇ ਕੁਐਸਚਨ ਦੀ ओर। ਇਹ ਰਿਹਾ ਤੁਹਾਡੀ ਸਕਰੀਨ ਦੇ ਉੱਤੇ। ਹਾਂਜੀ, ਤੇ ਇਹ ਬਣਾਇਆ ਗਿਆ ਜੀ ਸੰਜੇ ਦੱਤ ਨੂੰ ਬ੍ਰਾਂਡ ਐਂਬੈਸਡਰ ਬਣਾਇਆ ਗਿਆ। ਪੁੱਛਿਆ ਗਿਆ 50 ਸਾਲ ਕੰਪਲੀਟ ਹੋਣ ਤੇ ਜਿਹੜਾ ਜਸ਼ਨ ਮਨਾਇਆ ਗਿਆ ਹੈ ਉਹਦਾ ਜਿਹੜਾ ਬ੍ਰਾਂਡ ਐਂਬੈਸਡਰ ਹੈ ਉਹ ਸੰਜੇ ਦੱਤ ਨੂੰ ਮਨਾਇਆ ਗਿਆ ਹੈ। ਤੇ ਇਹ ਕਿਸ ਸਟੇਟ ਨੇ ਕੀਤਾ ਜਾਂ ਕਿਸ ਰਾਜ ਨੇ ਕੀਤਾ ਹੈਗਾ? ਤੇ ਇਹ ਕੀਤਾ ਹੈ ਜੀ ਅਰੁਣਾਚਲ ਪ੍ਰਦੇਸ਼ ਨੇ। ਕਿਸ ਨੇ ਜੀ? ਅਰੁਣਾਚਲ ਪ੍ਰਦੇਸ਼ ਨੇ। ਤੁਸੀਂ ਮੈਨੂੰ ਦੱਸੋਗੇ ਅਰੁਣਾਚਲ ਪ੍ਰਦੇਸ਼ ਕਦੋਂ ਬਣਿਆ ਸੀਗਾ? ਠੀਕ ਹੈ, ਅਰੁਣਾਚਲ ਪ੍ਰਦੇਸ਼ ਕਦੋਂ ਬਣਿਆ ਸੀਗਾ ਇਹ ਤੁਸੀਂ ਮੈਨੂੰ ਦੱਸੋਗੇ। ਤੇ ਇਹਦੀ ਜਿਹੜੀ ਡੇਟ ਸੀਗੀ ਵੀ ਕਦੋਂ ਇਹਨੂੰ ਮਨਾਇਆ ਗਿਆ ਸੀਗਾ ਇਹ ਤੁਸੀਂ ਮੈਨੂੰ ਦੱਸੋਗੇ। ਤੇ ਕਿਹੜੇ ਆਰਟੀਕਲ 'ਚ ਇਹ ਦੱਸਿਆ ਗਿਆ ਹੈ ਵੀ ਆਪਾਂ ਨਵੇਂ ਨਿਊ ਸਟੇਟ ਜਿਹੜੀ ਹੈ ਉਹ ਬਣਾ ਸਕਦੇ ਹਾਂ? ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸੋਗੇ। ਚਲੋ ਵੱਧਦੇ ਹਾਂ ਅਗਲੇ ਕੁਐਸਚਨ 'ਚ। ਸਕਰੀਨ ਤੇ ਤੁਹਾਡੇ ਆ ਗਿਆ ਕੁਐਸਚਨ, ਪੜ੍ਹੋ ਆਰਾਮ ਨਾਲ। ਇੱਕ ਵਾਰੀ ਮੈਨੂੰ ਇਰੇਜ਼ ਕਰ ਦੇਣਾ। ਹਾਂਜੀ, ਅੰਤਰਰਾਸ਼ਟਰੀ ਵਪਾਰ ਮੇਲਾ ਯਾਨੀ ਕਿ ਇੰਟਰਨੈਸ਼ਨਲ ਟ੍ਰੇਡ ਫੇਅਰ 2021 ਦੇ 40ਵੇਂ ਸੰਸਕਰਨ ਇੰਪੋਰਟੈਂਟ ਹੈ। ਇਹ ਯਾਦ ਰੱਖਿਆ ਜੀ। ਸਟੇਟ ਪਾਰਟਨਰ ਕਿਹੜਾ ਹੈ ਜੀ? ਬਿਹਾਰ ਹੈਗਾ। ਕਿਹੜਾ? ਬਿਹਾਰ ਇਹਦਾ ਸਟੇਟ ਪਾਰਟਨਰ ਹੈਗਾ। ਤੇ ਇਸ ਵਾਰ ਕਿੰਨਵਾਂ ਸੰਸਕਰਨ ਸੀਗਾ ਜੀ? 40ਵਾਂ ਸੰਸਕਰਨ। ਕਿੰਦਾ? ਇੰਟਰਨੈਸ਼ਨਲ ਟ੍ਰੇਡ ਫੇਅਰ ਦਾ। ਚਲੋ ਵੱਧਦੇ ਹਾਂ ਅਗਲੇ ਕੁਐਸਚਨ ਦੀ ओर। ਆਨਸਰ ਆ ਗਿਆ ਜੀ ਬਿਹਾਰ। ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਕਦੋਂ ਬਣਿਆ ਸੀ ਜੀ? 1935 'ਚ ਇਹ ਬਣਿਆ ਸੀਗਾ। ਇਹਦਾ ਹੈੱਡਕੁਆਟਰ ਕਿੱਥੇ ਹੈਗਾ ਜੀ? ਮੁੰਬਈ 'ਚ। ਠੀਕ ਅਨੁਸਾਰ ਕਿਹੜਾ ਰਾਜ ਦੇਸ਼ ਦਾ ਮੋਹਰੀ ਨਿਰਮਾਣ ਹੱਬ ਬਣ ਗਿਆ ਹੈ? ਤੇ ਇਹ ਬਣ ਰਿਹਾ ਜੀ ਗੁਜਰਾਤ। ਕੌਣ ਜੀ? ਗੁਜਰਾਤ। ਕਿਉਂਕਿ ਗੁਜਰਾਤ ਮਾਡਲ ਆਪਾਂ ਵੇਖ ਰਹੇ ਹਾਂ ਹਰ ਜਗ੍ਹਾ ਤੇ ਗੁਜਰਾਤ ਮਾਡਲ ਦੀ ਗੱਲ ਹੋ ਰਹੀ ਹੈ। ਠੀਕ ਹੈ, ਤੇ ਗੁਜਰਾਤ ਨਿਰਮਾਣ ਹੱਬ ਬਣ ਰਿਹਾ ਹੈ। ਇਨੋਵੇਸ਼ਨ ਹੱਬ ਜਿਹਨੂੰ ਆਪਾਂ ਬੋਲ ਰਹੇ ਹਾਂ, ਇਨੋਵੇਸ਼ਨ ਹੱਬ ਕੌਣ ਬਣ ਰਿਹਾ ਜੀ? ਗੁਜਰਾਤ। ਠੀਕ ਹੈ, ਇਹ ਤੁਸੀਂ ਯਾਦ ਰੱਖੋਗੇ। ਚਲੋ ਵੱਧਦੇ ਹਾਂ ਅਗਲੇ ਕੁਐਸਚਨ ਦੀ ओर। ਇਹ ਰਿਹਾ ਇਕਨੋਮਿਕਸ ਇੰਟੈਲੀਜੈਂਸ ਯੂਨਿਟ ਇੰਪੋਰਟੈਂਟ ਡੈਫੀਨੇਸ਼ਨ ਹੈਗੀ। ਇਹਦੀ ਜਿਹੜੀ ਫੁੱਲ ਫਾਰਮ ਹੈਗੀ ਉਹ ਵੀ ਇੰਪੋਰਟੈਂਟ ਹੈ। ਇਕਨੋਮਿਕਸ ਇੰਟੈਲੀਜੈਂਸ ਯੂਨਿਟ ਦੁਆਰਾ ਜਾਰੀ 2021 ਦੇ ਵਿਸ਼ਵ ਵਿਆਪੀ ਜੀਵਨ ਦੀ ਲਾਗਤ ਸੂਚਕਾਂਕ ਦੇ ਅਨੁਸਾਰ ਕਿਹੜਾ ਸ਼ੇਅਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ੇਅਰ ਦਾ ਦਰਜਾ ਦਿੱਤਾ ਗਿਆ ਹੈ? ਤੇ ਇਹ ਹੈ ਜੀ ਤੇਲ ਅਵੀਵ। ਕਦੋਂ ਜੀ? ਇਹ ਹੈਗਾ ਜੀ ਇਜ਼ਰਾਈਲ ਦਾ ਇੱਕ ਸ਼ਹਿਰ ਹੈ। ਤੇਲ ਤੋਂ ਯਾਦ ਰੱਖੋਗੇ ਜੀ ਪੈਟਰੋਲ ਬਹੁਤ ਮਹਿੰਗਾ ਹੋ ਗਿਆ। ਪੈਟਰੋਲ ਇੱਕ ਤੇਲ ਹੈਗਾ ਤੇ ਇਹ ਬਹੁਤ ਮਹਿੰਗਾ ਹੋ ਗਿਆ। ਇਸੇ ਤਰ੍ਹਾਂ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ ਵੀ ਮਹਿੰਗਾ ਸ਼ਹਿਰ ਜਿਹੜਾ ਹੈਗਾ ਉਹ ਤੇਲ ਅਵੀਵ ਹੈ ਤੇ ਹੈਗਾ ਕਿੱਥੋਂ ਹੈ? ਇਜ਼ਰਾਈਲ ਦੀ ਰਾਜਧਾਨੀ ਹੈ। ਠੀਕ ਹੈ ਜੀ, ਚਲੋ ਵੱਧਦੇ ਹਾਂ ਅਗਲੇ ਕੁਐਸਚਨ ਦੀ ओर। ਆ ਰਿਹਾ ਤੁਹਾਡੇ ਸਕਰੀਨ ਤੇ। 5ਵੀਂ ਹਿੰਦ ਮਹਾਸਾਗਰ ਕਾਨਫਰੰਸ ਯਾਨੀ ਕਿ 10C 2021 ਦੁਨੀਆ ਦੇ ਕਿਹੜੇ ਸ਼ਹਿਰ ਵਿੱਚ ਆਯੋਜਿਤ ਕੀਤੀ ਗਈ ਸੀ? ਬਹੁਤ ਇੰਪੋਰਟੈਂਟ। ਦੇਖੋ ਪੇਪਰ 'ਚ ਕੁਐਸਚਨ ਆਉਂਦੇ ਨੇ ਕਾਨਫਰੰਸ, ਬ੍ਰਾਂਡ ਐਂਬੈਸਡਰ, ਇੰਪੋਰਟੈਂਟ ਡੇਜ਼, ਨਿਯੁਕਤ ਕਿਹੜੇ ਵਿਅਕਤੀ ਹੋਏ ਨੇ, ਕਿਹੜੇ ਮਤਲਬ ਓਬੀਚੂਰੀਜ਼ ਕੌਣ ਮਤਲਬ ਜਿਹੜਾ ਹੈਗਾ ਪਰਮਾਤਮਾ ਕੋਲ ਚਲਾ ਗਿਆ, ਉਹਨਾਂ ਬਾਰੇ ਕੁਐਸਚਨ। ਖੇਲ ਆਧਾਰਿਤ ਯਾਨੀ ਕਿ ਅਵਾਰਡਸ, ਇਹਨਾਂ ਸਾਰਿਆਂ ਦੇ ਕੁਐਸਚਨ ਆਉਂਦੇ ਨੇ। ਤੇ ਮੈਂ ਤੁਹਾਨੂੰ ਹਰ ਇੱਕ ਕਰਦਾ ਰਹਾਂਗਾ। ਇਸ ਵੀਡੀਓ ਤੇ ਸਿਰਫ ਮੈਂ 100 ਵਿਊਜ਼ ਦਾ ਟਾਰਗੇਟ ਰੱਖ ਰਿਹਾ ਹਾਂ। ਮੈਂ ਬਹੁਤ ਡਿਫਿਕਲਟੀ ਨਾਲ ਇਹ ਟਾਈਪ ਕੀਤੇ ਨੇ ਤੇ ਬਹੁਤ ਹੀ ਡਿਫਿਕਲਟ ਨਾਲ ਇਹ ਕੁਐਸਚਨ ਜਿਹੜੇ ਹੈਗੇ ਨੇ ਸਿਲੈਕਟ ਕੀਤੇ ਨੇ। ਤੇ ਜੇ ਮੈਨੂੰ ਇਸ ਤੇ 100 ਵਿਊਜ਼ ਤੇ 5 ਸਬਸਕ੍ਰਾਈਬਰ ਹੋਰ ਮਿਲਦੇ ਨੇ ਤਾਂ ਮੈਂ ਨੈਕਸਟ ਵੀਡੀਓ ਜ਼ਰੂਰ ਬਣਾਵਾਂਗਾ। ਤੇ ਕੱਲ ਆਪਾਂ ਸਵੇਰ ਜਿਹੜੀ ਵੀਡੀਓ ਆ ਰਹੀ ਹੈ ਉਹ ਜੀ ਬੰਦਾ ਸਿੰਘ ਬਹਾਦਰ ਬਾਰੇ ਹੋਏਗੀ ਜੀ। ਬੰਦਾ ਸਿੰਘ ਬਹਾਦਰ ਬਾਰੇ। ਠੀਕ ਹੈ, ਉਹਨਾਂ ਬਾਰੇ ਕੁਐਸਚਨ ਤੇ ਥਿਊਰੀ ਆਪਾਂ ਜਿਹੜੀ ਹੈ ਉਹ ਡਿਸਕਸ ਕਰਾਂਗੇ। ਠੀਕ ਹੈ, ਤੇ ਇਹਦਾ ਆਨਸਰ ਵੇਖ ਲਓ ਜੀ। ਇਹ ਆਬੂ ਧਾਬੀ 'ਚ ਜਿਹੜੀ ਹੈਗੀ ਹੈ ਆਯੋਜਿਤ ਕੀਤੀ ਗਈ ਸੀ। ਅੱਜ ਦਾ ਲਾਸਟ ਕੁਐਸਚਨ ਵੇਖ ਲਈਏ। ਇਹ ਹੈਗਾ ਜੀ ਵਰਲਡ ਪੈਟਰੋਲੀਅਮ ਕਾਂਗਰਸ ਉਦਯੋਗ ਲਈ ਸਭ ਤੋਂ ਵੱਡਾ ਤਿਕੋਣੀ ਇਕੱਠ ਅਮਰੀਕਾ ਦੇ ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ ਜੀ? ਇਹ ਹਿਊਸਟਨ ਸ਼ਹਿਰ ਦੇ ਵਿੱਚ ਕੀਤਾ ਗਿਆ ਸੀ ਜੀ। ਵਰਲਡ ਪੈਟਰੋਲੀਅਮ ਕਾਂਗਰਸ ਇਹਦਾ ਕਿੰਨਵਾਂ ਸੰਸਕਰਨ ਸੀਗਾ ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸੋਗੇ। ਚਲੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ। ਧੰਨਵਾਦ।